ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ ਸਵੇਰੇ। और ताकत तो नहीं मेरे पर मेरी सुरीली आवाज तो है। क्यों ना मैं बर्मन जाके उते गाने गा के पैसे कमावा। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। इधर रास्ते क्यों सो रहा है भाई? मैं एक खून डॉग हाँ। उम्र बड़ी तो स्पीड घट हो गई। ਹੁਣ ਮੈਂ ਆਪਣੇ ਮਾਲਿਕ ਨਾਲ ਸ਼ਿਕਾਰ ਤੇ ਨਹੀਂ ਜਾਂਦਾ। फिर क्यों ना तू मेरे नाल चल। मैं बर्मन जा रहा सिंगर बनन। मेरा बैंड ज्वाइन कर ले तू। मैं मैंडोलिन बजावांगा ते तू ड्रम बजाई। ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੋਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। की गल है बिल्ली रानी, दुखी आत्मा लग रही है, की होया? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ਼ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰ ਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। फिर तो तेनू आना चाहिए साडे नाल। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? ਪਰਮਨ, ਉੱਥੇ ਸਾਡਾ ਇੱਕ ਬੈਂਡ ਹੋਵੇਗਾ। ਅਸੀਂ 뮤직 ਵਾਲੇ ਹਾਂ। बिल्ली जनरली चंगे म्यूजिशियंस होंदे ने। तू हारमोनिका बजा बैंड च। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। कुक्कड़ जी, दोपहर हो गई है, अज सवेरे अलार्म नहीं बजिया सी क्या? ਕੱਲ ਸੰਡੇ ਹੈ ਤੇ ਮੇਰੇ ਮਾਲਿਕ ਨੇ ਕੁਝ ਦੋਸਤਾਂ ਨੂੰ ਖਾਣੇ ਤੇ ਬੁਲਾਇਆ ਹੈ ਤੇ ਉਹ ਮੇਰਾ ਚਿਕਨ ਤੰਦੂਰੀ ਬਣਾ ਕੇ ਖਾਣ ਵਾਲੇ ਹੈ। ਤਾਂ ਇੱਥੇ ਅਟਕੇ ਕਿਉਂ? ਭੱਜ ਕਿਉਂ ਨਹੀਂ ਜਾਂਦੇ? ਮੈਂ ਜਾਵਾਂ ਵੀ ਤੇ ਕਿੱਥੇ ਜਾਵਾਂ? ਅੱਜ ਲਾਸਟ ਡੇ ਹੈ ਮੇਰਾ ਤੇ ਸੋਚਿਆ ਜੀ ਭਰ ਕੇ ਕੁਕੜੂ ਕੂ ਕਰ ਲਾਂ। बस कर। हाँ। अपनी आवाज ऐदा ना खर्च कर। साडे नाल बर्मन चल। असी एक बैंड बना रहे हैं ते तेरी स्ट्रॉन्ग आवाज पसंद आई मन्नू। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। अज रात असी आजादी नाल सोवांगे। जदों उठेंगे एक नवा कल तैयार होगा साडे लिए। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। ਮੈਨੂੰ ਇੱਥੇ ਰੌਸ਼ਨੀ ਨਜ਼ਰ ਆ ਰਹੀ ਹੈ। ਲੱਗਦਾ ਕੋਲ ਹੀ ਕੋਈ ਘਰ ਹੈ। ਤਾਂ ਕਿਉਂ ਨਾ ਉੱਥੇ ਚਲੀਏ ਆਪਾਂ। ਮੈਨੂੰ ਐਦਾਂ ਜੰਗਲ ਵਿੱਚ ਸੌਣ ਦੀ ਆਦਤ ਨਹੀਂ ਹੈ। ਹਾਂ, ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੋਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ ਦਿਖ ਰਿਹਾ ਹੈ। अरे भाइयों, गजब हो गया। ਇੱਥੇ ਇੱਕ ਬਹੁਤ ਵੱਡਾ ਡਾਈਨਿੰਗ ਟੇਬਲ ਹੈ। वाह जी वाह। तो उस टेबल पे खान पीन की चीज़ा भी है। हाय, मेरा तो लार टपक रही है। चलो चलो धावा बोलते हैं।
रुको, कुछ होर भी है। हाँ, 4 बंदूक वाले डकैत ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। ਕਿਉਂ ਆਣਾ ਸੀ ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ, ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੋਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ। ਭੱਜੋ ਏ, ਜਾਨ ਲੈ ਲੈਂਗੇ। ਭੱਜੋ ਇੱਥੋਂ, ਬਚਾਓ। ਭਾਗੋ ਰੇ, ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ 4 ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ बेचारे। सब लाइट्स बंद करके सो गए। अद्धी रात हो चुकी सी। डकैतां ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखण। लंबू अंदर गया तो बिल्कुल हनेरा सी अते उन्हें रोशनी चाहिदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾਂ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ, ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ, ਗਾਉਂਦੇ ਬਜਾਉਂਦੇ ਹੋਏ। ਇੱਕ ਸਮੇਂ ਦੀ ਗੱਲ ਹੈ, ਇੱਕ ਨਿੱਕੀ ਕੁੜੀ ਸੀ। ਉਹ ਹਮੇਸ਼ਾ ਰੈੱਡ ਕਲਰ ਦੀ ਰਾਈਡਿੰਗ ਹੁੱਡ ਪਾਉਂਦੀ ਸੀ। ਇਸ ਲਈ ਸਾਰੇ ਉਹਨੂੰ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾਉਂਦੇ ਸੀ। ਧੀਏ, ਹਾਂ ਮੰਮੀ। ਤੁਹਾਡੀ ਨਾਨੀ ਮਾਂ ਬਿਮਾਰ ਹੈ ਨਾ? ਤੁਸੀਂ ਉਹਨਾਂ ਵਾਸਤੇ ਇਹ ਤਾਜ਼ਾ ਕੁਕੀਜ਼ ਅਤੇ ਜੜੀ ਬੂਟੀਆਂ ਲੈ ਕੇ ਜਾਓਗੇ? ਬਿਲਕੁਲ ਜਾਵਾਂਗੀ ਮੈਂ ਮੰਮੀ। ਹਮੇਸ਼ਾ ਦੀ ਤਰ੍ਹਾਂ ਆਪਣਾ ਰੈੱਡ ਰਾਈਡਿੰਗ ਹੁੱਡ ਪਾ ਕੇ ਉਹ ਆਪਣੀ ਨਾਨੀ ਦੇ ਘਰ ਵੱਲ ਨੂੰ ਤੁਰ ਪਈ। ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਨਾ ਉਤਰੀ ਧੀਏ। ਲਿਟਲ ਰੈੱਡ ਰਾਈਡਿੰਗ ਹੁੱਡ ਹੱਸਦੇ ਗਾਉਂਦੇ ਆਪਣੇ ਰਸਤੇ ਜਾ ਰਹੀ ਸੀ। ਪਤਾ ਨਹੀਂ ਇਹਨੂੰ ਬਨੀ ਫੋਰੈਸਟ ਕਿਉਂ ਕਹਿੰਦੇ ਨੇ, ਮੈਨੂੰ ਤਾਂ ਇੱਕ ਵੀ ਬਨੀ ਨਹੀਂ ਦਿਸਿਆ। ਲਿਟਲ ਰੈੱਡ ਰਾਈਡਿੰਗ ਹੁੱਡ ਫੁੱਲਾਂ ਨਾਲ ਭਰੇ ਹੋਏ
ਰਸਤੇ ਤੇ ਪਹੁੰਚੀ। ਰੰਗ ਬਰੰਗੇ ਕਈ ਤਰ੍ਹਾਂ ਦੇ ਫੁੱਲ ਸੀ। ਨਾਨੀ ਵਾਸਤੇ ਕੁਝ ਫੁੱਲ ਲੈ ਚਲਦੀ ਆਂ, ਬੜੀ ਖੁਸ਼ ਹੋ ਜਾਵੇਗੀ ਉਹ। ਫੁੱਲ ਚੁਗਦੇ ਹੋਏ ਧਿਆਨ ਨਹੀਂ ਰਿਹਾ ਉਹਨੂੰ ਕਿ ਉਹ ਆਪਣੇ ਰਸਤੇ ਤੋਂ ਥੱਲੇ ਉਤਰ ਗਈ ਸੀ। ਉਸੇ ਵੇਲੇ ਉਹਨੂੰ ਝਾੜੀਆਂ ਵਿੱਚੋਂ ਇੱਕ ਆਵਾਜ਼ ਆਈ। ਅਚਾਨਕ ਇੱਕ ਵੱਡਾ ਜਿਹਾ ਭੇੜੀਆ ਉਹਦੇ ਸਾਹਮਣੇ ਆ ਗਿਆ। ਉਹਨੂੰ ਵੇਖ ਕੇ ਲਿਟਲ ਰੈਡ ਰਾਈਡਿੰਗ ਹੁੱਡ ਇੰਨਾ ਡਰ ਗਈ ਕਿ ਉਹਦੇ ਹੱਥੋਂ ਬਾਸਕਟ ਡਿੱਗ ਪਈ। ਭੇੜੀਏ ਨੇ ਛੇਤੀ-ਛੇਤੀ ਬਾਸਕਟ ਵਿੱਚੋਂ ਕੁਕੀਜ਼ ਚੁੱਕੀਆਂ ਅਤੇ ਵਾਪਸ ਲਿਟਲ ਰੈਡ ਰਾਈਡਿੰਗ ਹੁੱਡ ਨੂੰ ਦੇ ਦਿੱਤੀਆਂ। ਭੇੜੀਏ ਦੀ ਇਸ ਅੱਛਾਈ ਤੋਂ ਲਿਟਲ ਰੈਡ ਰਾਈਡਿੰਗ ਹੁੱਡ ਬਹੁਤ ਖੁਸ਼ ਹੋਈ। ਥੈਂਕ ਯੂ। ਕਿੱਥੇ ਜਾ ਰਹੀ ਏ ਕੁੜੀਏ? ਨਾਨੀ ਦੇ ਘਰ। ਇਸ ਜੰਗਲ ਦੇ ਆਖਿਰ ਵਿੱਚ ਯੈਲੋ ਕਲਰ ਦਾ ਘਰ ਹੈ। ਉਹਨਾਂ ਦੀ ਤਬੀਅਤ ਖਰਾਬ ਹੈ ਨਾ, ਮੈਂ ਕੁਕੀਜ਼ ਤੇ ਜੜੀ ਬੂਟੀਆਂ ਲੈ ਕੇ ਜਾ ਰਹੀ ਹਾਂ। ਤੁਸੀਂ ਮੈਨੂੰ ਸਾਰਿਆਂ ਦੀ ਤਰ੍ਹਾਂ ਲਿਟਲ ਰੈਡ ਰਾਈਡਿੰਗ ਹੁੱਡ ਬੁਲਾ ਸਕਦੇ ਹੋ। ਤਾਂ ਮੈਂ ਪਹਿਲੇ ਪਹੁੰਚ ਕੇ ਤੁਹਾਡੀ ਨਾਨੀ ਨੂੰ ਦੱਸਦਾ ਤੁਸੀਂ ਆ ਰਹੇ ਹੋ। ਹੋਰ ਤੁਸੀਂ ਫੁੱਲ ਚੁਗਦੇ ਚੁਗਦੇ ਆਰਾਮ ਨਾਲ ਆਓ। ਉਸੇ ਵੇਲੇ ਉਹਨੂੰ ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਆਈ ਤੇ ਉਹ ਉਡਣ ਛੂ ਹੋ ਗਿਆ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਇੱਕਦਮ ਰੋਣਾ ਆ ਗਿਆ ਕਿਉਂਕਿ ਉਹ ਗਵਾਚ ਗਈ ਸੀ। ਉਹਦਾ ਰੋਣਾ ਸੁਣ ਕੇ ਇੱਕ ਸ਼ਿਕਾਰੀ ਉਹਦੇ ਕੋਲ ਆਇਆ। ਤੂੰ ਇੱਥੇ ਇਕੱਲੀ ਕੀ ਕਰ ਰਹੀ ਹੈ? ਇੱਥੇ ਬਹੁਤ ਖਤਰਾ ਹੈ। ਮੈਂ ਇੱਕ ਖੁੰਖਾਰ ਭੇੜੀਏ ਨੂੰ ਲੱਭ ਰਿਹਾ, ਕਾਫੀ ਵਕਤ ਤੋਂ ਉਹ ਭੱਜ ਰਿਹਾ ਹੈ। ਲਿਟਲ ਰੈਡ ਰਾਈਡਿੰਗ ਹੁੱਡ ਸ਼ਰਮਿੰਦਾ ਸੀ ਕਿਉਂਕਿ ਉਹਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਉਤਰ ਗਈ। ਇਸ ਕਰਕੇ ਉਹ ਸ਼ਿਕਾਰੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਤਾਂ ਬਸ ਮੇਰੀ ਨਾਨੀ ਮਾਂ ਬਿਮਾਰ ਹੈ, ਕੁਕੀਜ਼ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਗਵਾਚ ਗਈ। ਤੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਛੱਡ ਦੇਣਾ। ਉਹ ਨਾਲ-ਨਾਲ ਤੁਰ ਪਏ ਅਤੇ ਉਸੇ ਵੇਲੇ ਭੇੜੀਆ ਵੀ ਨਾਨੀ ਮਾਂ ਦੇ ਘਰ ਪਹੁੰਚ ਗਿਆ ਅਤੇ ਬੂਹੇ ਤੇ ਨੌਕ ਕੀਤਾ। ਨਾਨੀ ਮਾਂ ਨੇ ਸੱਦਿਆ, ਕੌਣ ਹੈ ਭਾਈ? ਮੈਂ ਆ ਨਾਨੀ ਮਾਂ, ਲਿਟਲ ਰੈਡ ਰਾਈਡਿੰਗ ਹੁੱਡ। ਮੈਂ ਕੁਕੀਜ਼ ਤਾਂ ਜੜੀ ਬੂਟੀਆਂ ਲੈ ਕਰ ਆਈ ਹਾਂ ਤੁਹਾਡੇ ਲਈ। ਬੂਹਾ ਖੁੱਲਾ ਹੈ ਧੀਏ, ਅੰਦਰ ਆ ਜਾ। ਭੇੜੀਆ ਅੰਦਰ ਵੜ ਗਿਆ। ਥੋੜੀ ਦੇਰ ਪਿੱਛੋਂ ਲਿਟਲ ਰੈਡ ਰਾਈਡਿੰਗ ਹੁੱਡ ਅਤੇ ਸ਼ਿਕਾਰੀ ਨਾਨੀ ਮਾਂ ਦੇ ਘਰ ਪਹੁੰਚੇ। ਜਾ ਕੁੜੀਏ, ਨਾਨੀ ਦੇ ਕੋਲ ਜਾ। ਹੰਟਰ ਆਪਣੇ ਰਸਤੇ ਤੁਰ ਗਿਆ। ਲਿਟਲ ਰੈਡ ਰਾਈਡਿੰਗ ਹੁੱਡ ਨੇ ਬੂਹੇ ਤੇ ਨੌਕ ਕੀਤਾ। ਕੌਣ ਹੈ ਭਾਈ? ਮੈਂ ਹਾਂ ਨਾਨੀ ਮਾਂ, ਲਿਟਲ ਰੈਡ ਰਾਈਡਿੰਗ ਹੁੱਡ। ਬੂਹਾ ਖੁੱਲਾ ਹੈ ਧੀਏ, ਅੰਦਰ ਆ ਜਾ। ਲਿਟਲ ਰੈਡ ਰਾਈਡਿੰਗ ਹੁੱਡ ਕੁਝ ਪਲ ਲਈ ਹਿਚਕਿਚਾਈ ਕਿਉਂਕਿ ਆਵਾਜ਼ ਨਾਨੀ ਮਾਂ ਤੋਂ ਥੋੜੀ ਵੱਖਰੀ ਲੱਗ ਰਹੀ ਸੀ। ਫਿਰ ਧਿਆਨ ਆਇਆ ਕਿ ਨਾਨੀ ਮਾਂ ਤਾਂ ਬਿਮਾਰ ਹੈ। ਬਿਮਾਰ ਹੈ ਨਾ ਨਾਨੀ ਮਾਂ, ਤਾਂ ਹੀ ਆਵਾਜ਼ ਐਦਾਂ ਦੀ ਹੋ ਗਈ ਹੈ। ਉਹ ਬੂਹਾ ਖੋਲ ਕੇ ਅੰਦਰ ਗਈ। ਭੇੜੀਆ ਸਾਰੇ ਕੱਪੜੇ, ਟੋਪੀ ਤੇ ਚਸ਼ਮਾ ਵੀ ਨਾਨੀ ਮਾਂ ਦਾ ਪਾ ਕੇ ਬਿਸਤਰੇ ਤੇ ਪਿਆ ਸੀ। ਉਹਨੇ ਪਰਦਾ ਖਿੱਚ ਕੇ ਅੰਦਰ ਹਨੇਰਾ ਕੀਤਾ ਹੋਇਆ ਸੀ ਤਾਂ ਕਿ ਲਿਟਲ ਰੈਡ ਰਾਈਡਿੰਗ ਹੁੱਡ ਉਹਨੂੰ ਵੇਖ ਨਾ ਸਕੇ। ਪਿਆਰੀ ਧੀਏ, ਇੰਨੀ ਦੂਰ ਚੱਲ ਕੇ ਤੂੰ ਮੇਰੇ ਵਾਸਤੇ ਖਾਣਾ ਲੈ ਕੇ ਆਈ? ਕੋਲ ਤਾਂ ਆ ਧੀਏ, ਤੈਨੂੰ ਗਲੇ ਤਾਂ ਮਿਲਾਂ। ਛੇਤੀ ਆ, ਇੰਨੀ ਦੂਰ ਕਿਉਂ ਹੈ? ਲਿਟਲ ਰੈਡ ਰਾਈਡਿੰਗ ਹੁੱਡ ਨੇ ਬਾਸਕਟ ਥੱਲੇ ਰੱਖਿਆ ਪਰ ਜ਼ਿਆਦਾ ਕੋਲ ਨਹੀਂ ਗਈ ਕਿਉਂਕਿ ਨਾਨੀ ਮਾਂ ਕੁਝ ਵੱਖਰੀ ਦਿਸ ਰਹੀ ਸੀ। ਤੁਹਾਡੇ ਹੱਥ ਇੰਨੇ ਲੰਬੇ ਕਿਵੇਂ ਹੋ ਗਏ? ਤਾਂ ਕਿ ਤੇਰਾ ਹੱਥ ਫੜ ਸਕਾਂ। ਤੇ ਇੰਨੇ ਵੱਡੇ ਕੰਨ?
ਤੇਰੀ ਪਿਆਰੀ ਆਵਾਜ਼ ਸੁਣਨ ਵਾਸਤੇ। ਵੱਡੀਆਂ ਵੱਡੀਆਂ ਅੱਖਾਂ। ਤੈਨੂੰ ਜੀ ਭਰ ਕੇ ਵੇਖਣ ਵਾਸਤੇ। ਤੇ ਐਨੇ ਤਿੱਖੇ ਦੰਦ ਨਾਨੀ ਮਾਂ। ਤੈਨੂੰ ਚੱਬ ਚੱਬ ਕੇ ਖਾਣ ਵਾਸਤੇ। ਭੇੜੀਏ ਨੇ ਲਿਟਲ ਰੈਡ ਰਾਈਡਿੰਗ ਹੁੱਡ ਵੱਲ ਛਾਲ ਮਾਰੀ। ਉਸੇ ਵੇਲੇ ਲਿਟਲ ਰੈਡ ਰਾਈਡਿੰਗ ਹੁੱਡ ਨੂੰ ਪਤਾ ਲੱਗਿਆ ਕਿ ਬਿਸਤਰੇ ਤੇ ਨਾਨੀ ਮਾਂ ਨਹੀਂ ਬਲਕਿ ਉਹ ਖੁੰਕਾਰ ਭੇੜੀਆ ਸੀ। ਬਚਾਓ ਬਚਾਓ ਮੈਨੂੰ ਬਚਾਓ। ਸ਼ਿਕਾਰੀ ਤੱਕ ਉਹਦੀ ਆਵਾਜ਼ ਪਹੁੰਚੀ ਅਤੇ ਉਹ ਭੱਜ ਕੇ ਉਸ ਘਰ ਤੱਕ ਗਿਆ। ਸ਼ਿਕਾਰੀ ਨੇ ਬੂਹੇ ਦੇ ਅੰਦਰ ਜਾ ਕੇ ਉਸ ਭੇੜੀਏ ਨੂੰ ਫੜ ਲਿਆ। ਆਖਿਰ ਤੂੰ ਫੜਿਆ ਗਿਆ ਖੁੰਖਾਰ ਭੇੜੀਏ, ਹੁਣ ਦੇਖਣਾ ਮੈਂ ਤੈਨੂੰ। ਸ਼ਿਕਾਰੀ ਨੇ ਭੇੜੀਏ ਦੇ ਢਿੱਡ ਵਿੱਚੋਂ ਨਾਨੀ ਮਾਂ ਨੂੰ ਬਾਹਰ ਕੱਢਿਆ। ਸਾਨੂੰ ਬਚਾਉਣ ਲਈ ਬਹੁਤ-ਬਹੁਤ ਧੰਨਵਾਦ ਸ਼ਿਕਾਰੀ ਅੰਕਲ। ਕੋਈ ਗੱਲ ਨਹੀਂ, ਪਰ ਵਾਅਦਾ ਕਰ ਕੁੜੀਏ ਕਿ ਹਮੇਸ਼ਾ ਮੰਮੀ ਦੀ ਗੱਲ ਮੰਨੇਗੀ। ਨਾਨੀ ਮਾਂ ਨੂੰ ਇੰਨੀ ਭੁੱਖ ਲੱਗੀ ਸੀ ਕਿ ਉਹ ਸਾਰੀ ਕੁਕੀਜ਼ ਖਾ ਗਈ, ਜੜੀ ਬੂਟੀ ਦੀ ਦਵਾਈ ਬਣਾਈ ਤੇ ਛੇਤੀ-ਛੇਤੀ ਠੀਕ ਹੋ ਗਈ। ਲਿਟਲ ਰੈਡ ਰਾਈਡਿੰਗ ਹੁੱਡ ਨੇ ਵਾਅਦਾ ਕੀਤਾ ਕਿ ਕਿਸੇ ਖੁੰਖਾਰ ਭੇੜੀਏ ਦੀ ਗੱਲਾਂ ਵਿੱਚ ਉਹ ਕਦੇ ਨਹੀਂ ਆਵੇਗੀ। ਲਿਟਲ ਰੈਡ ਰਾਈਡਿੰਗ ਹੁੱਡ ਕੱਲੀ ਇੱਕ ਵਾਰੀ ਜੰਗਲ ਵਿੱਚ ਖੇਲ ਰਹੀ ਸੀ ਅਤੇ ਉਸੇ ਵੇਲੇ ਸਾਹਮਣੇ ਫਿਰ ਉਹੀ ਭੇੜੀਆ ਮਿਲਿਆ। ਭੇੜੀਏ ਨੂੰ ਹੰਟਰ ਨੇ ਜੰਗਲ ਦੀ ਸਫਾਈ ਕਰਨ ਦੀ ਸਜ਼ਾ ਦਿੱਤੀ ਸੀ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਵੇਖਦੇ ਹੀ ਉਸ ਨੂੰ ਆਪਣੀ ਕਰਨੀ ਤੇ ਸ਼ਰਮਿੰਦਗੀ ਮਹਿਸੂਸ ਹੋਈ। ਬਨੀ ਫੋਰੈਸਟ ਭਰ ਗਿਆ ਇੱਕ ਵਾਰੀ ਫੇਰ ਖੁਸ਼ੀਆਂ ਬਨੀਜ਼ ਤੇ ਫੁੱਲਾਂ ਨਾਲ, ਬਿਲਕੁਲ ਉਦਾਂ ਜਿੱਦਾਂ ਪਹਿਲਾਂ ਹੁੰਦਾ ਸੀ।